ਅੱਜ ਪੂਰੀ ਡਿਵੈਲਪਮੈਂਟ ਕਰਾਉਣ ਤੋਂ ਬਾਅਦ ਚੋਣ ਮੈਦਾਨ 'ਚ ਪਿਆਰ ਤੁਸੀਂ ਇੱਕ ਸਟੈਪ ਅੱਗੇ ਵਧੋ ਤੇ ਲੋਕ 10 ਸਟੈਪ ਤੁਹਾਨੂੰ ਆਪਣੇ ਵੱਲ ਨੂੰ ਖਿੱਚਦੇ ਆ। ਪਿਛਲੇ ਸਮੇਂ ਦੇ ਵਿੱਚ ਇੱਥੇ ਲੜਾਈ ਝਗੜੇ ਪਰਚੇ ਦੀ ਰਾਜਨੀਤੀ ਰਹੀ ਹੈ। ਅਕਾਲੀ ਗਵਰਨਮੈਂਟ ਵੇਲੇ ਇੱਥੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਅਗੇਨ ਜਿਹੜੀ ਆ ਗਵਰਨਮੈਂਟ ਵੀ ਆ ਗਈ, ਐਮਐਲਏ ਵੀ ਉਹੀ ਬਣ ਗਈ, ਬਟ ਉਹ ਬੱਸ ਸਟੈਂਡ ਨਹੀਂ ਬਣ ਸਕਦਾ। ਮੇਰੇ ਇਲਾਕੇ ਪਿੰਡ 'ਚ ਜਾਂ ਕਿਸੇ ਵਾਰਡ 'ਚ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਦੀ ਡਿਵੈਲਪਮੈਂਟ ਹੋਈ ਹੈ। ਰਮਨ ਬੈਲ ਜੀ ਵਗੈਰਾ ਇਹ ਇਲੈਕਸ਼ਨ ਇਹਨਾਂ ਨੇ ਲੜੀ ਹੈ, ਇਹਨਾਂ ਦਾ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਨੇ ਕੀ ਕਰਾਇਆ ਔਰ ਮੈਂ ਇੱਕ ਸ਼ਾਰਟ ਟਨਿਓਰ ਦੇ ਵਿੱਚ ਕੀ ਕਰਾਇਆ। ਇਹ ਕੈਂਡੀਡੇਟਸ ਦਾ ਮੁਕਾਬਲਾ ਮੇਰੀ ਡਿਵੈਲਪਮੈਂਟ, ਮੇਰਾ ਕਿਸੇ ਨਾਲ ਮੁਕਾਬਲਾ। ਰਮਨ ਬੈਲ ਜੀ ਕਾਂਗਰਸ ਨਾਲ ਉਦੋਂ ਹੀ ਆ ਜਦੋਂ ਇਹਨਾਂ ਨੂੰ ਟਿਕਟ ਮਿਲੇ। ਜਿਹੜਾ ਬੰਦਾ ਸਿਰਫ ਟਿਕਟ ਤੱਕ ਟਿਕਟ ਮਿਲੀ ਕਾਂਗਰਸੀ ਨਹੀਂ ਤੇ ਨਹੀਂ, ਸੋ ਉਹਨਾਂ ਦਾ ਆਪਣਾ ਪਰਸਨਲ ਵੋਟ ਆਧਾਰ ਜਿਹੜਾ ਨਾ ਉਹ 250 ਤੋਂ 500 ਵੋਟ ਆ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਗੁਰਦਾਸਪੁਰ ਪਹੁੰਚੇ ਅਸੀਂ। ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਫਿਰ ਤੋਂ ਚੋਣ ਪ੍ਰਚਾਰ ਜੁਟੇ ਹੋਏ ਨੇ। ਇਹ ਹਲਕੇ ਦੀਆਂ ਸਮੱਸਿਆਵਾਂ ਕੀ ਨੇ ਤੇ ਕਿਸ ਤਰੀਕੇ ਦੀ ਕੰਪੇਨਿੰਗ ਚੱਲ ਰਹੀ ਹੈ, ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਪਾੜਾ ਸਾਹਿਬ। ਕਿਵੇਂ ਚੱਲ ਰਹੀ ਹੈ ਜੀ ਕੰਪੇਨਿੰਗ? ਲੱਗਦਾ ਦੂਜੀ ਵਾਰ ਲੋਕ ਮੌਕਾ ਦੇਣਗੇ ਜੀ? ਬਿਲਕੁਲ ਜੀ, ਮੈਂ ਬੀਇੰਗ ਅ ਫਸਟ ਟਾਈਮਰ ਗੁਰਦਾਸਪੁਰ ਦੇ ਵਿੱਚ ਜਿਸ ਆਧਾਰ 'ਤੇ ਇਲੈਕਸ਼ਨ ਲੜੀ ਸੀ ਕਿ ਮੈਂ ਆਉਣ ਵਾਲੀ ਇਲੈਕਸ਼ਨ ਜਿਹੜੀ ਡਿਵੈਲਪਮੈਂਟ 'ਤੇ ਲੜਾਂਗਾ ਔਰ ਅੱਜ ਪੂਰੀ ਡਿਵੈਲਪਮੈਂਟ ਕਰਾਉਣ ਤੋਂ ਬਾਅਦ ਚੋਣ ਮੈਦਾਨ 'ਚ ਔਰ ਲੋਕ ਬਹੁਤ ਪਿਆਰ ਅਤੇ ਮਾਣ ਸਤਿਕਾਰ ਦੇ ਰਹੇ ਆ। ਪਰਸੋਂ ਪੈਦਲ ਮੈਂ ਬਾਜ਼ਾਰ ਮਾਰਕੀਟ ਕੱਢੀ ਸੀ, ਡੋਰ ਟੂ ਡੋਰ, ਸਾਰੀ ਸ਼ਾਪ ਟੂ ਸ਼ਾਪ, ਔਰ 1.5 ਕਿਲੋਮੀਟਰ ਦਾ ਸਫ਼ਰ ਨੂੰ 12 ਘੰਟੇ ਲੱਗੇ। ਸੋ ਇਸ ਕਰਕੇ ਇਹਦੇ ਪਿਆਰ ਲੀਡਰ, ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਪਿਆਰ ਤੁਸੀਂ ਇੱਕ ਸਟੈਪ ਅੱਗੇ ਵਧੋ ਤੇ ਲੋਕ 10 ਸਟੈਪ ਤੁਹਾਨੂੰ ਆਪਣੇ ਵੱਲ ਨੂੰ ਖਿੱਚਦੇ ਆ। ਸੋ ਮੈਂ ਪਿਆਰ ਹੀ ਕਮਾਇਆ ਔਰ ਮੌਕਾ ਤੇ ਪ੍ਰਮਾਤਮਾ ਡੈਫੀਨੇਟਲੀ ਦੇਵੇਗਾ, ਮੇਰੇ ਇਲਾਕੇ ਦੀ ਸੰਗਤ ਜ਼ਰੂਰ ਦੇਵੇਗੀ ਔਰ ਸਾਰੀ ਸੰਗਤ ਇਸ ਕੰਮ 'ਤੇ ਲੱਗੀ ਹੋਈ ਹੈ ਕਿ ਅਸੀਂ ਸਭ ਤੋਂ ਵੱਧ ਲੀਡ ਨਾਲ ਜਿੱਤਣਾ। ਤੁਸੀਂ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਜੀ। ਤੁਹਾਨੂੰ ਜਦੋਂ ਮੌਕਾ ਦਿੱਤਾ ਸੀ 2017 ਦੇ ਵਿੱਚ, ਉਦੋਂ ਮੇਨ ਕਿਹੜੇ ਤੁਸੀਂ ਕੰਮ ਮੰਨਦੇ ਹੋ ਜਿਹੜੇ ਡਿਵੈਲਪਮੈਂਟ ਦੇ, ਜਿਹੜੀ ਤੁਹਾਡੀ ਦੇਣ ਹੈ? ਕਿਉਂਕਿ ਬਾਰਡਰ 'ਤੇ ਹੋਣ ਕਾਰਨ ਬਹੁਤ ਸਾਰੀਆਂ ਸਹੂਲਤਾਂ ਇੱਥੇ ਨਹੀਂ ਲੋਕਾਂ ਨੂੰ ਮਿਲ ਪਾਉਂਦੀਆਂ। ਦੇਖੋ, ਮੇਰਾ ਇਲਾਕਾ ਬਾਰਡਰ ਏਰੀਏ ਦੇ 'ਤੇ ਪੈਂਦਾ ਗੁਰਦਾਸਪੁਰ। ਇੱਥੇ ਬਹੁਤ ਕੁਝ ਐਸਾ ਹੋਣ ਵਾਲਾ ਸੀਗਾ ਕਿ ਉਹ ਪਿਛਲੇ ਸਮੇਂ ਦੀ ਰਾਜਨੀਤੀ ਥੋੜ੍ਹੀ ਡਿਫਰੈਂਟ ਰਹੀ ਹੈ। 10 ਸਾਲ ਪਿਛਲੇ ਸਮੇਂ ਦੇ ਵਿੱਚ ਇੱਥੇ ਲੜਾਈ ਝਗੜੇ ਪਰਚਿਆਂ ਦੀ ਰਾਜਨੀਤੀ ਰਹੀ ਆ ਔਰ ਲੋਕਾਂ ਦੇ ਕਾਰੋਬਾਰਾਂ 'ਤੇ ਐਕਸ ਐਮਐਲਏ ਵੱਲੋਂ ਜਿੰਦਰੇ ਮਰਵਾਉਣਾ, ਮਤਲਬ ਮੀਟਰ ਕਟਾਉਣੇ, ਥ੍ਰੈਟਨਿੰਗ ਕਰਨੀ, ਇਹ ਆਮ ਜੀ ਗੱਲ ਸੀਗੀ ਔਰ ਡਿਵੈਲਪਮੈਂਟ ਵੱਲ ਧਿਆਨ ਦਿੱਤਾ ਹੀ ਨਹੀਂ ਗਿਆ। ਜਿਵੇਂ 2011 'ਚ ਪਹਿਲੇ ਅਕਾਲੀ ਗਵਰਨਮੈਂਟ ਵੇਲੇ ਇੱਥੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਅਗੇਨ ਜਿਹੜੀ ਆ ਗਵਰਨਮੈਂਟ ਵੀ ਆ ਗਈ, ਐਮਐਲਏ ਵੀ ਉਹੀ ਬਣ ਗਏ, ਬਟ ਉਹ ਬੱਸ ਸਟੈਂਡ ਨਹੀਂ ਬਣ ਸਕਿਆ ਕਿਉਂਕਿ ਅੱਜ ਨੀਡ ਸੀ। ਗੁਰਦਾਸਪੁਰ ਦੇ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਆ ਔਰ ਉਹ ਬੱਸ ਸਟੈਂਡ ਜਿਹੜਾ ਮੇਰੀ ਕਮਿਟਮੈਂਟ ਸੀ ਕਿ ਜੇ ਬੱਸ ਸਟੈਂਡ ਔਰ ਇੱਕ ਇਹ ਸਾਡਾ ਫਾਟਕ ਹੈ ਇੱਥੇ ਤਿਬੜੀ ਰੋਡ 'ਤੇ ਅੰਡਰ ਬ੍ਰਿਜ, ਜੇ ਨਾ ਬਣਾ ਪਾਇਆ ਤਾਂ ਮੈਂ ਇਲੈਕਸ਼ਨ ਨਹੀਂ ਲੜਾਂਗਾ। ਔਰ ਮੈਂ ਇਹ ਪਿਛਲੇ 3-4 ਸਾਲ ਤੋਂ ਕਹਿ ਰਿਹਾ ਹਰ ਸਟੇਜ 'ਤੇ। ਅੱਜ ਬੱਸ ਸਟੈਂਡ ਆਲਮੋਸਟ 85% ਕੰਪਲੀਟ ਹੋ ਚੁੱਕਾ ਔਰ ਬਹੁਤ ਸਭ ਤੋਂ ਸੋਹਣਾ ਬੱਸ ਸਟੈਂਡ ਬਣ ਜਾ ਰਿਹਾ ਇੰਡੀਆ ਦਾ। ਔਰ ਇੱਕ ਅੰਡਰ ਬ੍ਰਿਜ ਆ ਜਿਹੜਾ ਜਿਹਦੀ ਲਾਗਤ 22 ਕਰੋੜ ਪਿਆ, ਉਹ ਵੀ ਬੜੀ ਫਾਸਟ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਔਰ ਇਸ ਤੋਂ ਇਲਾਵਾ ਤੁਸੀਂ ਕਿਸੇ ਮੇਰੇ ਇਲਾਕੇ ਪਿੰਡ 'ਚ ਜਾਂ ਕਿਸੇ ਵਾਰਡ 'ਚ ਜਾ ਕੇ ਦੇਖ ਸਕਦੇ ਹੋ ਕਿ ਕਿਵੇਂ ਦੀ ਡਿਵੈਲਪਮੈਂਟ ਹੋਈ ਹੈ। ਵਾਰਡਾਂ ਦੀਆਂ ਗਲੀਆਂ ਸੀਵਰੇਜ ਪੈਣ ਵਾਲੇ ਸੀ, ਸੀਵਰੇਜ
ਮਤਲਬ ਨਰਕ ਦੀ ਜ਼ਿੰਦਗੀ 'ਚ ਸੀਗੇ ਲੋਕ। ਔਰ ਅੱਜ ਮੇਰੇ ਸ਼ਹਿਰ ਦੇ ਵਿੱਚ ਹਰ ਰੋਡ ਤੇ 3-3 4-4 ਡੰਪ ਸੀਗੇ ਕੂੜੇ ਦੇ, ਜਿਹੜੇ ਕਿ ਸਾਡੇ ਜਨਮ ਤੋਂ ਪਹਿਲਾਂ ਦੇ। ਔਰ ਅੱਜ ਡੰਪ ਫ੍ਰੀ ਸਿਟੀ ਕਰਤੀ ਹੈ, ਡਸਟ ਫ੍ਰੀ ਸਿਟੀ ਕਰਤੀ ਹੈ। ਪਿੰਡਾਂ ਦੇ ਵਿੱਚ ਸਟੇਡੀਅਮ, ਪਾਰਕਸ, ਸ਼ਮਸ਼ਾਨ ਘਾਟ, ਮਤਲਬ ਐਵਰੀਥਿੰਗ, ਹਰ ਚੀਜ਼ ਤੇ ਫੋਕਸ ਕੀਤਾ। ਜਿਹੜੇ ਰੋਡ 10 ਫੁੱਟ ਸੀ ਉਹਨਾਂ ਨੂੰ 18 ਫੁੱਟ ਕਰਾਉਣ ਦੀ ਕੋਸ਼ਿਸ਼ ਕੀਤੀ, ਔਰ ਕਾਫੀ ਹੱਦ ਤੱਕ ਸਫਲ ਵੀ ਰਿਹਾ। ਔਰ ਇਸ ਤੋਂ ਇਲਾਵਾ ਜਿਹੜਾ ਮੇਰਾ ਇਹ ਤੇ ਡਿਵੈਲਪਮੈਂਟ ਦੇ ਕੰਮ ਹੈ, ਦੀਜ਼ ਆਰ ਦਾ ਬੇਸਿਕ ਨੈਸੈਸਿਟੀਜ਼। ਪਰ ਇਸ ਤੋਂ ਇਲਾਵਾ ਇੱਕ ਸੈਨਿਕ ਸਕੂਲ ਜਿਹੜਾ ਕਿ ਆਜ਼ਾਦੀ ਤੋਂ ਬਾਅਦ ਸੈਕਿੰਡ ਜਿਹੜਾ ਪੰਜਾਬ ਨੂੰ ਮਿਲਿਆ, ਔਰ ਪੰਜਾਬ ਸਟੇਟ ਨੂੰ ਮਿਲਣ ਤੋਂ ਬਾਅਦ ਮੈਂ ਆਪ ਦੀ ਜਦੋਜਹਿਦ ਕੀਤੀ, ਨਾਲ ਲੀਡਰਸ਼ਿਪ ਦਾ ਸਾਥ ਲਿਆ, ਔਰ ਉਹ ਵੀ ਮੈਂ ਆਪਣੀ ਕੌਂਸਟੀਚੁਐਂਸੀ 'ਚ ਸੈਂਕਸ਼ਨ ਕਰਾ ਲਿਆ, ਸੈਨਿਕ ਸਕੂਲ। ਔਰ ਇਹ ਇੱਕ ਮੈਂ ਸਮਝਦਾ ਬੜੀ ਵੱਡੀ ਅਚੀਵਮੈਂਟ ਆ ਕਿ ਆਉਣ ਵਾਲੇ ਸਮੇਂ 'ਚ ਸਾਡੀ ਜਨਰੇਸ਼ਨਸ ਚੇਂਜ ਹੋਣਗੀਆਂ, ਔਰ ਉਹ ਉੱਥੇ ਕੋਈ ਕੈਪਟਨ, ਕੋਈ ਮੇਜਰ ਆਰਮੀ 'ਚੋਂ ਬਣ ਕੇ ਨਿਕਲਣਗੇ, ਔਰ ਗਾਂਹ ਬੱਚੇ ਸਾਡੇ ਉੱਧਰ ਨੂੰ ਨਿਕਲ ਜਾਣਗੇ। ਸੋ ਹੋਰ ਇਹੋ ਜਿਹੇ ਬਹੁਤ ਕੰਮ ਨੇ ਜਿਹੜੇ ਪਾਈਪਲਾਈਨ 'ਚ ਮੈਂ ਪਾਏ ਹੋਏ ਆ। ਔਰ ਬੀਇੰਗ ਅ ਫਸਟ ਟਾਈਮਰ, ਮੇਰੇ ਖਿਆਲ ਨਾਲ ਪਿਛਲੇ ਤੁਸੀਂ 10 ਸਾਲ ਇਹ ਜਿਹੜੇ ਕੈਂਡੀਡੇਟ ਰਹਿ ਕੇ ਗਏ ਆ ਇੱਥੋਂ, ਔਰ 20-25 ਸਾਲ ਜਿਹੜੇ ਰਮਨ ਬੈਲ ਜੀ ਵਗੈਰਾ, ਇਹ ਇਲੈਕਸ਼ਨ ਇਹਨਾਂ ਨੇ ਲੜੀ ਹੈ, ਇਹਨਾਂ ਦਾ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਨੇ ਕੀ ਕਰਾਇਆ ਔਰ ਮੈਂ ਇੱਕ ਸ਼ਾਰਟ ਟਨਿਓਰ ਦੇ ਵਿੱਚ ਕੀ ਕਰਾਇਆ। ਸੋ ਮੇਰਾ ਬੇਸਿਕਲੀ ਏਜੰਡਾ ਹੀ ਡਿਵੈਲਪਮੈਂਟ ਹੈ। ਤੁਸੀਂ ਰਮਨ ਬਹਿਲ ਜੀ ਦੀ ਗੱਲ ਕੀਤੀ ਹੈ ਜੀ, ਤੁਹਾਡੇ ਸਾਥੀ ਹੁੰਦੇ ਸੀ, ਕਾਂਗਰਸ ਸੀਗੇ, ਇਸ ਵਾਰ ਆਮ ਆਦਮੀ ਪਾਰਟੀ 'ਚ ਨੇ। ਫਾਈਟ ਟਫ ਫੇਸ ਕਰਕੇ ਵੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕਲੇਮ ਕਰ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਬਦਲਾਅ ਚਾਹੁੰਦੇ ਨੇ ਤੇ ਝਾੜੂ ਵੱਲ ਲੋਕ ਜਾਣਗੇ। ਦੂਜੀ ਗੱਲ, ਲੋਕ ਇਹ ਵੀ ਮੰਨ ਰਹੇ ਨੇ ਕਿ ਜਿਹੜੀਆਂ ਬਹੁਤ ਸਾਰੀਆਂ ਕਾਂਗਰਸ ਵੋਟਾਂ ਸੀ ਉਹ ਰਮਨ ਬਹਿਲ ਜੀ ਦੇ ਨਾਲ ਜਾਣਗੀਆਂ। ਸੋ ਇਹਨੂੰ ਕਿਵੇਂ ਦੇਖਦੇ ਹੋ ਫਾਈਟ ਨੂੰ? ਲੋਕ ਨਹੀਂ ਮੰਨ ਰਹੇ, ਦੀਜ਼ ਆਰ ਕ੍ਰੀਏਟਡ ਥਿੰਗਸ। ਇਹ ਲੀਡਰ ਇਹੋ ਹੀ ਰਮਨ ਬੈਲ ਤੇ ਇਹਨਾਂ ਦੀ ਪਾਰਟੀ ਜਿਹੜੇ ਸਾਥੀ ਉਹ ਮੰਨਦੇ, ਲੋਕ ਨਹੀਂ ਮੰਨਦੇ। ਤੁਸੀਂ ਬਾਜ਼ਾਰ 'ਚ ਨਿਕਲੋ ਤੇ ਸਹੀ, ਤੁਹਾਨੂੰ ਪਤਾ ਲੱਗੇ। ਕਿਉਂਕਿ ਇਹ ਰਮਨ ਬੈਲ ਜੀ ਕਾਂਗਰਸ ਨਾਲ ਉਦੋਂ ਹੀ ਆ ਜਦੋਂ ਇਹਨਾਂ ਨੂੰ ਟਿਕਟ ਮਿਲੇ। ਜਦੋਂ ਟਿਕਟ ਨਹੀਂ ਮਿਲਦੀ ਉਦੋਂ ਇਹ ਕਾਂਗਰਸ ਹੀ ਨਹੀਂ ਆ। ਤੁਸੀਂ ਹਿਸਟਰੀ ਮੇਰੇ ਤੋਂ ਕੀ ਬਾਜ਼ਾਰ ਤੋਂ ਪੁੱਛ ਲਓ। ਜੇ ਭਿੰਡਰ ਸਾਹਿਬ ਨੂੰ ਟਿਕਟ ਮਿਲੀ, ਰਮਨ ਬੈਲ ਜੀ ਕਾਂਗਰਸੀ ਨਹੀਂ। ਜੇ ਜਾਖੜ ਸਾਹਿਬ ਨੂੰ MP ਦੀ ਮਿਲੀ, ਰਮਨ ਬੈਲ ਜੀ ਕਾਂਗਰਸੀ ਨਹੀਂ। ਜੇ ਮੈਨੂੰ ਟਿਕਟ ਮਿਲੀ, ਰਮਨ ਬੈਲ ਜੀ ਕਾਂਗਰਸੀ ਨਹੀਂ। ਔਰ ਜਿਹੜਾ ਬੰਦਾ ਸਿਰਫ ਟਿਕਟ ਤੱਕ ਟਿਕਟ ਮਿਲੀ, ਕਾਂਗਰਸੀ ਨਹੀਂ ਤੇ ਨਹੀਂ, ਸੋ ਉਹਨਾਂ ਦਾ ਆਪਣਾ ਪਰਸਨਲ ਵੋਟ ਆਧਾਰ ਜਿਹੜਾ ਨਾ ਉਹ 250 ਤੋਂ 500 ਵੋਟ ਆ। ਇਹ ਮੇਰਾ ਕਹਿਣਾ ਨਹੀਂ ਹੈ, ਤੁਸੀਂ ਬਾਹਰੋਂ ਪਤਾ ਕਰ ਸਕਦੇ ਹੋ। ਇਹ ਉਹੀ ਰਮਨ ਬੈਲ ਜੀ ਨੇ ਜਿਹੜੇ 2012 'ਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਔਰ ਐਡੀ ਵੇਵ ਦੇ ਵਿੱਚ ਹਾਰ ਗਏ 22,000 ਨਾਲ। ਔਰ ਉਹਨੂੰ ਵੀ ਛੱਡ ਦਈਏ, ਇਹ ਆਪਦੇ ਪਿੰਡੋਂ, ਜੱਦੀ ਪਿੰਡ ਹਯਾਤ ਨਗਰ, ਉੱਥੋਂ 154 ਵੋਟਾਂ ਨਾਲ ਆਪਣਾ ਪਿੰਡ ਹਾਰ ਗਏ। ਔਰ ਮੈਂ ਜਦੋਂ ਇਲੈਕਸ਼ਨ ਲੜਦਾ 2017 'ਚ, ਓਪਨਲੀ ਇਹ ਸਾਰੀ ਮਦਦ ਕਰਦੇ ਨੇ ਅਕਾਲੀ ਦਲ ਦੇ MLA ਬੱਬੇ ਵਾਲੀ ਸਾਹਿਬ ਦੀ, ਔਰ ਮੈਂ ਇਹਨਾਂ ਦੇ ਪਿੰਡੋਂ 541 ਵੋਟਾਂ ਨਾਲ ਜਿੱਤਿਆ। ਅਗੇਨ MP ਇਲੈਕਸ਼ਨ ਆਉਂਦੀ ਆ, ਫਿਰ 546 ਵੋਟਾਂ ਨਾਲ ਜਿੱਤਦਾ। ਅਗੇਨ ਸਨੀ ਦਿਓਲ ਦੀ ਇਲੈਕਸ਼ਨ ਆਉਂਦੀ ਆ, 254 ਵੋਟਾਂ ਨਾਲ ਜਿੱਤਦਾ। ਔਰ ਇਸ ਵਾਰ ਫਿਰ ਮੈਂ 600 650 ਦੀ ਲੀਡ ਨਾਲ ਉਹਨਾਂ ਦੇ ਪਿੰਡੋਂ ਵੀ ਜਿੱਤ ਰਿਹਾ। ਸੋ ਇਸ ਕਰਕੇ ਉਹਨਾਂ ਦਾ ਪਰਸਨਲ ਆਧਾਰ ਕੋਈ ਨਹੀਂ ਆ। ਉਹ ਤੇ ਲੋਕ ਇਹ ਕਹਿੰਦੇ ਨੇ ਕਿ ਯਾਰ 4 ਸਾਲ SS ਬੋਰਡ ਦੀ ਚੇਅਰਮੈਨ ਰਹੇ ਹੋ ਤੁਸੀਂ, ਸਰਕਾਰ ਸਾਰੀ ਹੰਡਾਈ ਹੈ ਤੇ ਐਸੀ ਕਿਹੜੀ ਨੇਰੀ ਆ ਗਈ ਜਿਹੜੀ ਕਾਂਗਰਸ ਮਾੜੀ ਲੱਗਣ ਲੱਗ ਗਈ। ਸੋ ਇਹ ਜਵਾਬ ਤੇ ਜਨਤਾ ਮੰਗਦੀ ਹੈ ਨਾ, ਤੋ ਇਸ ਕਰਕੇ ਇਹਨਾਂ ਦਾ ਮੈਨੂੰ ਕੋਈ ਫਰਕ ਨਹੀਂ ਹੈ। ਬੱਬੇ ਹਾਲੀ ਜੀ ਤੁਸੀਂ ਗੱਲ ਕੀਤੀ, ਉਹਨਾਂ ਦੇ ਨਾਲ ਫਿਰ ਤੁਸੀਂ ਮੁਕਾਬਲਾ ਜਿਹੜਾ ਦੇਖ ਰਹੇ ਹੈਗੇ ਹੋ? ਇਹਨਾਂ ਸਾਰੇ ਕੈਂਡੀਡੇਟਸ ਦਾ ਮੁਕਾਬਲਾ ਮੇਰੀ ਡਿਵੈਲਪਮੈਂਟ ਵਾਲਾ, ਮੇਰਾ ਕਿਸੇ ਨਾਲ ਮੁਕਾਬਲਾ ਨਹੀਂ। ਗੁਰਦਾਸਪੁਰ ਦੀ ਜਨਤਾ ਇੱਕ ਬੰਨੇ ਖੜੀ ਹੈ ਡਿਵੈਲਪਮੈਂਟ ਲੈ ਕੇ, ਔਰ ਇਹ ਲੀਡਰ ਸਾਰੇ ਜਿਹੜੇ ਕੈਂਡੀਡੇਟ ਨੇ ਇੱਕ ਬੰਨੇ ਖੜੇ ਨੇ। ਔਰ ਲੋਕ ਆਪੇ ਦੇਖਣਗੇ, ਫੈਸਲਾ ਕਰਨਗੇ ਕਿ ਡਿਵੈਲਪਮੈਂਟ ਨੂੰ ਵੋਟ ਪਾਉਣੀ ਆ ਕਿ ਜਾਂ ਇਹਨਾਂ ਦੇ ਕੀਤੀਆਂ ਜਾਂ ਵਧੀਕੀਆਂ ਔਰ ਟੈਲੀਫੋਨ ਦੀਆਂ ਤਾਰਾਂ ਲਾ ਕੇ ਕੰਮ ਕਰਨ ਵਾਲਿਆਂ ਨੂੰ ਵੋਟਾਂ ਪਾਉਣੀਆਂ। ਇਹ ਤਾਂ ਲੋਕਾਂ ਨੇ ਫੈਸਲਾ ਕਰਨਾ। ਮੇਰੀ ਡਿਵੈਲਪਮੈਂਟ ਇੱਕ ਬੰਨੇ ਸਾਰੇ ਕੈਂਡੀਡੇਟ ਆ। ਬਾੜਾ ਸਾਹਿਬ, ਤੁਸੀਂ ਮਿਲਕਫੈਡ ਦੇ ਚੇਅਰਮੈਨ ਵੀ ਰਹੇ ਹੋ, ਉਹ ਜਿਹੜੀਆਂ ਉਪਲਬਧੀਆਂ ਜੀ ਤੁਸੀਂ ਹੈਗੇ ਹੋ, ਤੇ ਉਹ ਜਿਹੜੀਆਂ ਉਪਲਬਧੀਆਂ ਇੱਕ ਹਲਕੇ ਦੇ ਵਿਕਾਸ ਕਾਰਜਾਂ ਦੇ ਇਲਾਵਾ ਉਹ ਵੀ ਤੁਸੀਂ ਜ਼ਰੂਰ ਲੋਕਾਂ 'ਚ ਲੈ ਕੇ ਜਾਂਦੇ ਹੋਵੋਗੇ। ਸੋ ਉਹਦੇ ਚੇਅਰਮੈਨ ਰਹਿ ਕੇ ਕੀ ਲੱਗਦਾ, ਕੀ ਅਚੀਵਮੈਂਟਸ ਨੇ ਤੁਹਾਡੀਆਂ? ਦੇਖੋ, ਚੇਅਰਮੈਨ ਬਣਨ ਤੋਂ ਬਾਅਦ ਜਲਦੀ ਕੋਡ ਆਫ ਕੰਡਕਟ ਵੀ ਲੱਗ ਗਿਆ, ਬਟ ਬੇਸਿਕਲੀ ਇਸ ਅਦਾਰੇ ਨਾਲ ਅਸੀਂ ਜੁੜੇ ਹਾਂ। ਮੇਰਾ ਬ੍ਰਦਰ ਗੁਰਦਾਸਪੁਰ ਮਿਲਕ ਪਲਾਂਟ ਦਾ ਚੇਅਰਮੈਨ ਵੀ ਰਿਹਾ, ਔਰ ਇਸ ਅਦਾਰੇ ਨੂੰ ਬੜੀ ਬਖੂਬੀ ਸਮਝਦੇ ਹਾਂ। ਔਰ ਕਾਫੀ ਆਉਣ ਵਾਲੇ ਸਮੇਂ ਦੇ ਵਿੱਚ ਮਿਲਕਫੈਡ ਦਾ ਜਿਹੜਾ ਅਸੀਂ ਮਾਰਕੀਟਿੰਗ ਦੇ ਉੱਤੇ ਜ਼ੋਰ ਦੇ ਰਿਹਾ ਮੈਂ, ਔਰ ਮੈਕਸੀਮਮ ਇਹਦੀ ਮਾਰਕੀਟਿੰਗ ਕਰਕੇ ਤੇ ਬਾਹਰਲੀ ਕੰਟਰੀਜ਼ ਦੇ ਵਿੱਚ ਇਹਦਾ ਜਿਹੜਾ ਬ੍ਰਾਂਡ ਹੈ ਇਹਨੂੰ ਹੋਰ ਵਧਾਈਏ, ਤਾਂ ਜੋ ਕਿਸਾਨੀ ਦਾ ਜਿਹੜਾ, ਕਿਉਂਕਿ ਕਿਸਾਨੀ ਬਹੁਤ ਜ਼ਿਆਦਾ ਨਿਰਭਰ ਕਰਦੀ ਆ ਵੇਰਕਾ ਦੇ ਨਾਲ ਅਟੈਚ ਨੇ। ਸੋ ਉਹਨੂੰ ਜਿਹੜਾ ਗੁਰਦਾਸਪੁਰ ਮਿਲਕ ਪਲਾਂਟ ਆ, ਇਹ ਇੱਥੇ ਪਹਿਲੇ MLA ਸਾਹਿਬ, ਇਹ ਕਾਫੀ 21-22 ਸਾਲ ਕੇ ਪਤਾ ਨਹੀਂ 26 ਸਾਲ ਇਹਨਾਂ ਦਾ ਕਬਜ਼ਾ ਰਿਹਾ। ਔਰ ਸਭ ਤੋਂ ਇਸ ਵੇਲੇ ਪੰਜਾਬ 'ਚ ਸਭ ਤੋਂ ਮਾੜਾ
ਲਾਸਿਸ ਦੇ ਵਿੱਚ ਜੋ ਪਲਾਂਟ ਆ ਤੇ ਉਹ ਗੁਰਦਾਸਪੁਰ ਆ। ਬੜੀ ਸ਼ਰਮ ਵਾਲੀ ਗੱਲ ਆ। ਔਰ ਜਦੋਂ ਦਾ ਮੇਰੇ ਬ੍ਰਦਰ ਬਣਿਆ, ਮੈਂ ਮਿਲਕਫੈਡ ਦਾ ਚੇਅਰਮੈਨ ਬਣਿਆ, ਇਹ ਅਦਾਰਾ ਹੁਣ ਹੌਲੀ ਹੌਲੀ ਜਿਹੜਾ ਇਹ ਪ੍ਰੋਫਿਟ 'ਚ ਲਿਆਉਣਾ ਸ਼ੁਰੂ ਕਰਤਾ ਆ। ਔਰ ਆਉਣ ਵਾਲੇ ਦਿਨਾਂ 'ਚ ਇਹਨੂੰ ਇੰਨਾ ਕੁ ਪੈਰਾਂ 'ਤੇ ਖੜਾ ਕਰ ਦਿਆਂਗਾ ਕਿ ਇਹ ਸਭ ਤੋਂ ਸੋਹਣਾ ਅਦਾਰਾ ਗੁਰਦਾਸਪੁਰ ਬਣ ਜਾਏਗਾ। ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਪਹਿਲਾਂ ਜਿਨ੍ਹਾਂ ਲੋਕਾਂ ਨੂੰ ਇੱਥੋਂ ਮੌਕਾ ਮਿਲਦਾ ਸੀਗਾ ਧੱਕੇਸ਼ਾਹੀ ਕਰਦੇ ਸੀਗੇ, ਤੁਹਾਡੇ ਤੇ ਵੀ ਕੁਝ ਕੁ ਲੋਕ ਜਿਹੜੇ ਇਲਜ਼ਾਮ ਲਾਉਂਦੇ ਨੇ ਕਿ ਸਰਪੰਚੀ ਵੇਲੇ ਜਦੋਂ ਇਲੈਕਸ਼ਨ ਹੋਏ ਸੀ ਉਦੋਂ ਸਰਪੰਚ ਜਿਹੜੇ ਸੀ ਉਹ ਵੀ ਧੱਕੇ ਨਾਲ ਤੁਸੀਂ ਆਪ ਇਲੈਕਟ ਕੀਤੇ ਗਏ, ਉੱਥੇ ਵੋਟਾਂ ਬਹੁਤ ਥਾਵਾਂ ਤੇ ਨਹੀਂ ਕਰਵਾਈਆਂ ਗਈਆਂ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇਹ ਤੇ ਕਹਿਣ ਦੀਆਂ ਗੱਲਾਂ ਹੈ। ਅੱਜ ਤੁਸੀਂ ਮੇਰੇ ਪਿੰਡਾਂ ਦੇ ਨਾਲ ਅੱਜ ਚੱਲੋ, ਮੇਰੀਆਂ 14 ਤੋਂ 15 ਰੈਲੀਆਂ ਡੇਲੀ ਹੋ ਰਹੀਆਂ। ਕੱਲ ਮੇਰੀਆਂ 18 ਰੈਲੀਆਂ ਨੇ ਤੇ ਤੁਸੀਂ ਇਲੈਕਸ਼ਨ ਕਮਿਸ਼ਨ ਤੋਂ ਜਾ ਕੇ ਰਿਕਾਰਡ ਖੁਲਾਰ ਹੋਏ ਕਿੰਨੀਆਂ ਪਰਮਿਸ਼ਨਾਂ ਲੈ ਰਹੇ ਆ। ਕੋਈ 2 ਪਰਮਿਸ਼ਨਾਂ ਲੈ ਰਿਹਾ, ਕੋਈ 4 ਲੈ ਰਿਹਾ, ਮੈਂ 14 ਲੈ ਰਿਹਾ, ਕਦੀ 18 ਲੈ ਰਿਹਾ। ਤੇ ਜੇ ਮੇਰੇ ਕੁਝ ਪੱਲੇ ਆ ਤੇ ਕੋਈ ਮੀਟਿੰਗਾਂ ਦਾ ਮੇਰੇ ਕੋਲ ਟਾਈਮ ਨਹੀਂ ਦਿੱਤਾ ਜਾ ਰਿਹਾ। ਆ ਗਲੇ ਤੋਂ ਪਤਾ ਲੱਗ ਜਾਂਦਾ ਇਹਨਾਂ ਦੀ ਆਵਾਜ਼ ਸੁਣ ਲਓ ਤੇ ਲਾਗੇ ਸਿੰਗਰਾਂ ਵਰਗੀ ਆਵਾਜ਼ ਆ ਤੇ ਮੇਰੀ ਆਵਾਜ਼ ਜਿਹੜੀ ਆ ਬੈਠੀ ਆ, ਤੇ ਇੱਥੋਂ ਹੀ ਮਿਹਨਤ ਦਾ ਪਤਾ ਲੱਗ ਜਾਂਦਾ। ਮੈਂ ਇਸ ਕਰਕੇ ਇਹੋ ਜਿਹਾ ਕੋਈ, ਇਹ ਤੇ ਇਲੈਕਸ਼ਨ ਤੋਂ ਪਹਿਲਾਂ ਇਹ ਵੀ ਕਹਿੰਦੇ ਸੀ, ਇਹਨਾਂ ਤੇ ਵੰਡ ਕਰ ਲਈ ਸੀ ਬਹਿਲ ਸਾਹਿਬ ਤੇ ਬਾਬੇ ਵਾਲੀ ਸਾਹਿਬ ਨੇ। ਉਹ ਕਹਿੰਦੇ ਸੀ 50 ਸਰਪੰਚ ਮੇਰੇ ਨਾਲ ਆ ਜਾਣੇ ਆ, ਦੂਜੇ ਕਹਿੰਦੇ 70 ਮੇਰੇ ਨਾਲ ਆ ਜਾਣੇ ਆ, ਤੀਜਾ ਕਹਿੰਦੇ 30 ਮੇਰੇ ਨਾਲ ਆ ਜਾਣਾ। 150 ਦੀ ਗਿਣਤੀ ਪੂਰੀ ਕਰਤੀ ਤੇ ਸਰਪੰਚ ਹੈਗੇ ਨੇ 114। ਤੇ ਇਸ ਕਰਕੇ ਮੈਂ ਇਹਨਾਂ ਦੀ ਕਹਿਣ ਦੀ ਕਿਹੜੀ ਗੱਲ। ਅੱਜ ਦੱਸੋ ਮੇਰੇ ਕਿੰਨੇ ਸਰਪੰਚ ਗਏ ਆ? ਮੇਰਾ ਸਾਰਾ ਉੱਦਾਂ ਦਾ ਉੱਦਾਂ ਹੀ ਇਲਾਕਾ ਬੈਠਾ ਆ। ਔਰ ਈਵਨ ਅਕਾਲੀ ਦਲ ਦੇ ਬੰਦੇ ਜਿਹੜੇ ਉਹ ਮੇਰੇ ਨਾਲ ਚੜ ਰਹੇ ਆ, ਕਿਉਂਕਿ ਮੈਂ ਵਿਤਕਰਾ ਨਹੀਂ ਕੀਤਾ 5 ਸਾਲ। ਅਕਾਲੀਆਂ ਦੇ ਡੇਰਿਆਂ ਨੂੰ, ਮੋਟਰਾਂ ਨੂੰ, ਸੜਕਾਂ ਚਾੜੀਆਂ ਨੇ ਜਿੱਥੇ ਜਿੱਥੇ ਵੀ ਕਿਸੇ ਨੇ ਕਿਹਾ। ਤੇ ਇਸ ਕਰਕੇ ਮੈਨੂੰ ਇਹਨਾਂ ਦਾ ਕੋਈ ਫਰਕ ਹੀ ਨਹੀਂ ਆ। ਇਹ ਤੇ ਤੁਹਾਨੂੰ ਰਿਜ਼ਲਟ ਹੀ ਦੱਸ ਦੇਣਾ ਰਿਜ਼ਲਟ ਨੇ। ਤੇ ਲੋਕ ਅੱਜ ਅਮਨ ਪਸੰਦ ਨੇ ਲੋਕ ਨੇ ਗੁਰਦਾਸਪੁਰ ਦੇ। ਔਰ 5 ਸਾਲ ਅਮਨ ਪਸੰਦ ਇੱਥੇ ਲੋਕ ਜਿਹੜੇ ਬੈਠੇ ਆ ਉਹਨਾਂ ਦੀ ਰੱਖਿਆ ਕੀਤੀ ਆ। ਸ਼ਹਿਰ ਦੇ ਕਾਰੋਬਾਰ ਵਧੇ ਫੁੱਲੇ ਆ। ਔਰ ਕਿਸੇ ਦੇ ਕੋਈ ਇੱਥੇ ਥ੍ਰੈਟਨਿੰਗ ਨਹੀਂ ਹੋਈ ਕਿ ਤੇਰਾ ਕਾਰੋਬਾਰ ਬੰਦ ਕਰ ਦਿਆਂਗਾ, ਤੇਰਾ ਮੀਟਰ ਕਟਾ ਦਾਂਗਾ। ਸੋ ਮੈਂ ਉਹ ਛੋਟੀ ਰਾਜਨੀਤੀ 'ਚ ਨਹੀਂ ਪਿਆ 5 ਸਾਲ। ਇਹ ਤੁਹਾਡੇ ਸਾਥੀ ਰਹੇ ਨੇ ਬਲਵਿੰਦਰ ਲਾਡੀ ਜੀ, ਉਹ ਦੁਬਾਰਾ ਬੀਜੇਪੀ 'ਚ ਆ ਗਏ ਨੇ, ਉਹਦੇ ਬਾਰੇ ਕੀ ਕਹੋਗੇ ਜੀ? ਮੈਂ ਕੀ ਕਹਾਂ, ਮੈਂ ਤੇ ਰਾਤੀ ਖਬਰ ਵੇਖੀ ਤੇ ਮੈਂ ਤੇ ਬਸ ਹੱਸ ਕੇ ਤੇ ਫਿਰ ਮੋਬਾਈਲ ਬੰਦ ਕਰਤਾ ਸੀਗਾ। ਕੋਈ ਜਾਂ ਤੇ ਪਹਿਲਾਂ ਗਏ ਸੀ ਵਾਪਸ ਨਾ ਆਉਂਦੇ, ਵਾਪਸ ਆ ਕੇ ਫੇਰ ਚਲੇ ਗਏ। ਉਹਨਾਂ ਨੂੰ ਮੈਨੂੰ ਲੱਗਦਾ ਸਮਝ ਹੀ ਨਹੀਂ ਆ ਰਹੀ ਕਿ ਮੈਂ ਕੀ ਕਰਨਾ। ਤੇ ਜਦੋਂ ਨੇ ਜੀ ਘੁੱਟਣ ਮਹਿਸੂਸ ਹੋਣ ਲੱਗ ਗਈ, ਕਾਂਗਰਸ 'ਚ ਮਾਹੌਲ ਠੀਕ ਨਹੀਂ ਹੋਣਾ। ਤੇ ਜਦੋਂ ਗਏ ਸੀ ਫਿਰ ਵਾਪਸ ਕਿਉਂ ਆਏ ਸੀਗੇ? ਇਹ ਤੇ ਮੈਨੂੰ ਇਹ ਕੀ ਇਹਦੇ ਤੇ ਕਮੈਂਟ ਕਰਾਂ। ਲੋਕ ਵੀ ਇਸ ਗੱਲ ਤੇ ਹੱਸਦੇ ਆ ਕਿ ਪਹਿਲਾਂ ਚਲੇ ਗਏ ਘੁੱਟਣ ਮਹਿਸੂਸ ਸੀ, ਫਿਰ ਉੱਥੇ ਘੁੱਟਣ ਮਹਿਸੂਸ ਹੋਈ ਵਾਪਸ ਆ ਗਏ, ਹੁਣ ਫਿਰ ਇੱਥੇ ਘੁੱਟਣ ਮਹਿਸੂਸ ਹੋਈ ਵਾਪਸ ਚੱਲ ਗਏ। ਇਹਦੇ ਤੇ ਕੀ ਮੈਂ ਕਮੈਂਟ ਕਰਾਂ। ਅੱਛਾ, ਚਰਨਜੀਤ ਸਿੰਘ ਚੰਨੀ ਦੇ ਜਿਹੜੇ ਕੰਮ ਨੇ 111 ਦਿਨ ਉਹਨਾਂ ਨੂੰ ਮੌਕਾ ਮਿਲਿਆ ਸੀ, ਉਹ ਲੱਗਦਾ ਕਿ ਜਿਹੜੀ ਉਹ ਪੋਪੂਲੈਰਿਟੀ ਹੈਗੀ ਆ ਉਹ ਪੂਰੇ ਪੰਜਾਬ ਦੇ ਵਿੱਚ ਉਹ ਇੱਕ ਪੋਪੂਲੈਰਿਟੀ ਦਾ ਕਰਕੇ ਫਾਇਦਾ ਮਿਲੇਗਾ। ਜਿਹੜੀ ਅਨਾਉਂਸਮੈਂਟ ਵੀ ਹੁਣ ਹੋਈ ਹੈ ਸੀਐਮ ਫੇਸ ਹੋਣਗੇ। ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿਹੜੇ 111 ਦਿਨਾਂ 'ਚ ਫੈਸਲੇ ਲੈ ਕੇ ਦਿੱਤੇ ਆ ਨਾ, ਉਹ ਥੱਲੇ ਲਾਗੂ ਹੋਏ ਆ। ਪਿੰਡਾਂ 'ਚ ਜਾਂਦੇ ਆ, ਮੀਟਿੰਗਾਂ ਕਰਨ, ਲੋਕ ਬੋਲਦੇ ਆ। ਕੱਲ ਮੈਂ ਜੌੜੇ ਪਿੰਡ 'ਚ ਗਿਆ, ਲੋਕਾਂ ਉੱਠ ਬੋਲਿਆ। ਇੱਕ ਕਹਿੰਦਾ ਮੇਰਾ 1,70,000 ਰੁਪਏ ਪੁਰਾਣਾ ਬਿੱਲ ਮਾਫ ਹੋਇਆ, ਇੱਕ ਕਹਿੰਦਾ ਮੇਰਾ 1,03,000 ਮਾਫ ਹੋਇਆ, ਕੋਈ 52,000, ਕੋਈ 42,000। ਤੇ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਇਹ ਬੋਝ ਕਿੰਨੇ ਪਾਇਆ ਸੀ? ਅਕਾਲੀ ਸਰਕਾਰ ਨੇ ਗਲਤ ਐਗਰੀਮੈਂਟ ਕਰਕੇ ਲੋਕਾਂ ਤੇ ਬੋਝ ਪਾਏ ਸੀਗੇ। ਤੇ ਅੱਜ ਚਰਨਜੀਤ ਸਿੰਘ ਚੰਨੀ ਨੇ ਪੁਰਾਣੇ ਬਿੱਲ ਮਾਫ ਕਰਕੇ 3 ਰੁਪਏ ਬਿਜਲੀ ਸਸਤੀ ਕੀਤੀ ਆ। ਜੇ ਕਿਸੇ ਨੂੰ 3,000 ਆਉਂਦਾ ਸੀ ਬਿੱਲ, ਉਹ ਉੱਠ ਕੇ ਦੱਸ ਰਿਹਾ, ਕਹਿੰਦੇ ਐਰਕਾ 200 ਆਇਆ। ਜੇ ਕਿਸੇ ਨੂੰ 15,000 ਆਉਂਦਾ ਸੀ, ਉਹ ਕਹਿੰਦਾ ਐਰਕਾ ਮੇਰਾ 800 ਰੁਪਇਆ ਆਇਆ, 1000 ਰੁਪਇਆ ਆਇਆ। ਤੇ ਇਹ ਲੋਕਾਂ ਨੂੰ ਪੁੱਛੋ ਨਾ ਜਿਨ੍ਹਾਂ ਦਾ ਬਿੱਲ 15 ਤੋਂ ਸਿੱਧਾ ਹੀ 2-2,000। ਪਾੜਾ ਸਾਹਿਬ, ਸਾਰੇ ਲੋਕ ਨਹੀਂ, ਬਹੁਤ ਸਾਰੇ ਲੋਕ ਸਾਨੂੰ ਇਦਾਂ ਦੇ ਵੀ ਮਿਲੇ ਨੇ, ਉਹ ਕਹਿ ਰਹੇ ਨੇ ਕਿ ਇਹ ਸਿਲੈਕਟ ਕੀਤੇ ਜਾਂਦੇ ਨੇ, ਜਿਹੜੇ ਚੰਗੇ ਲੋਕ ਹੁੰਦੇ ਉਹਨਾਂ ਦੇ ਬਿੱਲ ਕੀਤੇ, ਜਿਹੜੇ ਬਹੁਤ ਸਾਰੇ ਗਰੀਬ ਨੇ ਉਹਨਾਂ ਦੇ ਮਾਫ ਨਹੀਂ ਕੀਤੇ। ਮੈਂ ਕਿਹਾ ਓਪਨਲੀ ਮੀਟਿੰਗਾਂ 'ਚ ਪੁੱਛ ਰਹੇ, ਇਹਦੇ 'ਚ ਕੋਈ ਕੈਟੇਗਰੀਕਲੀ ਨਹੀਂ ਕੀਤਾ ਕਿ SC ਜਾਂ BC ਜਾਂ ਕੋਈ, ਇਹ 'ਚ ਜਨਰਲ ਕੈਟਾਗਰੀ 'ਚ ਵੀ ਆਏ। ਇਹਦੇ 'ਚ ਮੇਰੇ ਚੰਗੇ ਇੱਥੇ ਤੇ ਕਈ XMLA ਦੇ ਮਾਫ ਹੋਏ ਆ, ਇੱਥੇ ਆ ਰਿਕਸ਼ੇ ਵਾਲਿਆਂ ਦੇ ਮਾਫ ਹੋਏ। ਤੁਸੀਂ ਪਿੰਡਾਂ 'ਚ ਜਾ ਕੇ ਪੁੱਛੋ ਨਾ, ਲੀਡਰ ਕੀ ਕਹਿੰਦੇ ਉਹ ਛੱਡੋ। ਲੋਕਾਂ ਦੇ ਅੰਦਰ ਉਹ ਚੀਜ਼ ਗਈ ਆ ਕਿ ਸਾਨੂੰ ਹੁਣ ਸਾਹ ਆਇਆ। ਚੰਨੀ ਸਾਹਿਬ ਨੇ ਸਾਹ ਦਵਾਇਆ ਕਿ ਬਿੱਲ ਜਿਹੜੇ ਆ ਸਾਡੇ ਨੋਮੀਨਲ ਚਾਰਜਸ ਤੇ ਹੁਣ ਸਾਨੂੰ ਆ ਰਿਹਾ ਤੇ ਵੀ ਵਿਲ ਪੇ ਦਾ ਬਿੱਲ। ਲੋਕ ਬਿੱਲ ਪੇ ਕਰਨਾ ਚਾਹੁੰਦੇ ਸੀਗੇ, ਪਰ ਸਾਡੀਆਂ ਗਲਤ ਜਿਹੜੀਆਂ ਅਕਾਲੀ ਗਵਰਨਮੈਂਟ ਦੀਆਂ ਨੀਤੀਆਂ ਸੀ ਉਹਨਾਂ ਕਰਕੇ ਲੋਕਾਂ ਨੂੰ ਇਹ ਭੁਗਤਣਾ ਪਿਆ। 10 ਰੁਪਏ ਪੈਟਰੋਲ ਸਸਤਾ ਕੀਤਾ ਆ, 5 ਰੁਪਏ ਡੀਜ਼ਲ ਸਸਤਾ ਕੀਤਾ। ਹੁਣ ਫਸਲਾਂ ਦੀ ਵਾਰੀ ਆਉਣੀ, ਇੱਕ ਡਰਮ ਭਰਾਓ 2,000 ਰੁਪਇਆ ਬਚਦਾ ਮੌਕੇ ਤੇ। ਸੋ ਇਹੋ ਜਿਹੇ ਪਰ ਰੇਤੇ ਵਾਲੇ ਮਾਮਲੇ ਤੇ ਜੀ ਵਿਰੋਧੀ ਘੇਰ ਲੈਂਦੇ ਨੇ, ਉਹ ਕਹਿੰਦੇ ਸ਼ਰੇਆਮ ਰੇਤਾ ਤਾਂ ਕੋਈ 5 ਰੁਪਏ। ਚੱਲੀਏ ਉੱਥੇ ਕ੍ਰੈਸ਼ਰਾਂ ਦੇ ਉੱਤੇ ਜਿੱਥੇ ਲਾਗੂ ਆ ਇਹ ਰੇਟ, ਆਓ ਚੱਲੀਏ ਜਿੰਨੀ ਚਾਹੀਦੀ ਹੈ। ਪ੍ਰਧਾਨ ਸਾਹਿਬ ਵੀ ਕਹਿੰਦੇ ਨੇ ਜੀ ਸਸਤਾ ਹੋ ਨਹੀਂ ਸਕਦਾ। ਜਿਹੜੇ ਹੈਗੇ ਨਹੀਂ, ਪ੍ਰਧਾਨ ਸਾਹਿਬ ਦੀ ਉਹਨਾਂ ਦੀ ਇੰਡੀਵਿਜੂਅਲ ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਕਿ ਆਓ ਜਿੰਨਾ ਚਾਹੀਦਾ ਮੈਂ ਲੈ ਕੇ ਦਿੰਦਾ, ਮਿਲ ਰਹੇ ਆ। ਕਿਸੇ ਨੇ ਕੋਈ ਕੀ ਕਹਿੰਦਾ, ਹੁਣ ਸੁਖਬੀਰ ਸਿੰਘ ਬਾਦਲ ਜਾਂਦਾ ਫਲਾਣੇ ਤਾਂ ਫਲਾਣੇ, ਸੁਖਬੀਰ ਨੂੰ ਤੇ ਨੁੱਕਰਾਂ ਦਾ ਪਤਾ
ਕਿ ਬਾਲਟਾ ਰੇਤ ਦਾ ਵੀ ਕਿੱਥੋਂ ਨਿਕਲਦਾ, ਉਹਨਾਂ ਦਾ ਕਾਰੋਬਾਰ ਹੀ ਇਹ ਆ। ਸੁਖਬੀਰ ਨੇ ਢਾਬੇ ਵੀ ਚਲਾਏ ਆ, ਸੁਖਬੀਰ ਨੇ ਬੱਸਾਂ ਵੀ ਚਲਾਈਆਂ ਨੇ, ਸੁਖਬੀਰ ਨੇ ਰੇਤਾ ਵੀ ਚਲਾਈ ਆ, ਸੁਖਬੀਰ ਨੇ ਹਰ ਕੰਮ ਕੀਤੇ ਆ। ਸੋ ਉਹਨੂੰ ਤੇ ਉਹਨਾਂ ਦੀ ਨਾਲੇ ਅੱਜ ਜਿਹੜੀ ਤੁਸੀਂ ਸਪੀਚਾਂ ਸੁਣੋ, ਮੇਰੇ ਗੁਰਦਾਸਪੁਰ ਪਰਸੋਂ ਆਏ ਸੀ, ਉਹ ਕਹਿੰਦੇ ਜੀ ਮੈਂ 20 ਨੂੰ ਵੋਟਾਂ ਪੈਣੀਆਂ, 10 ਨੂੰ ਰਿਜ਼ਲਟ ਆਉਣਾ, 12 ਨੂੰ ਸਹੁੰ ਚੁੱਕ ਲੈਣੀ ਆ, 15 ਨੂੰ MLA ਪਾੜਾ ਫੜ ਕੇ ਅੰਦਰ ਦੇ ਦੇਣਾ। ਉਹ ਮੈਂ ਤੇ ਹੈਰਾਨ ਆ, ਇਹੋ ਜਿਹੀ ਜਿਹੜੀ ਭਾਸ਼ਾ ਹੈ ਇਹ ਕੋਈ ਰਾਜਨੀਤੀ ਦਾ ਲੈਵਲ ਆ। ਮੈਂ ਨਹੀਂ ਇਹ ਸਮਝਦਾ ਕਿ ਇਹ ਕੋਈ ਇਹ ਚੀਫ ਮਿਨਿਸਟਰ ਦੇ ਚਿਹਰੇ ਦੇ ਲੈਵਲ ਦੇ ਬੰਦੇ ਆ। ਸੋ ਇਸ ਕਰਕੇ ਇਹਨਾਂ ਨੂੰ ਮੁਬਾਰਕ। ਮੇਰਾ ਏਜੰਡਾ ਹੈ ਡਿਵੈਲਪਮੈਂਟ। ਆਈ ਐਮ ਵਰਕਿੰਗ ਔਨ ਡਿਵੈਲਪਮੈਂਟ, ਆਈ ਵਿਲ ਵਰਕ ਔਨ ਡਿਵੈਲਪਮੈਂਟ ਔਰ ਆਈ ਵਿਲ ਸੀਕ ਦਾ ਵੋਟਸ ਔਨ ਡਿਵੈਲਪਮੈਂਟ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸੀ ਬਰਿੰਦਰਮੀਤ ਸਿੰਘ ਪਾੜਾ ਜੀ, ਗੱਲਬਾਤ ਕੀਤੀ ਹੈ ਜਿਨ੍ਹਾਂ ਨਾਲ ਆਪਣੇ ਹੁਣ ਤੱਕ ਦੇ ਕੰਮ ਗਿਣਾਏ ਨੇ। ਪਹਿਲੀ ਵਾਰ ਪਿਛਲੀ ਜਿਹੜੇ ਵਿਧਾਨ ਸਭਾ ਦੇ ਚੋਣਾਂ ਵਿੱਚ ਮੌਕਾ ਮਿਲਿਆ ਸੀ MLA ਬਣਨ ਦਾ, ਤੇ ਇਸ ਵਾਰ ਦੁਬਾਰਾ ਚੋਣ ਮੈਦਾਨ 'ਚ ਨੇ ਤੇ ਦਾਅਵਾ ਕਰ ਰਹੇ ਨੇ ਕਿ ਇਸ ਵਾਰ ਫੇਰ ਜਿਹੜੇ ਗੁਰਦਾਸਪੁਰ ਹਲਕੇ ਦੇ ਲੋਕ ਨੇ ਉਹ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜ਼ਰੂਰ ਇਹਨਾਂ ਨੂੰ ਮੌਕਾ ਦੇਣਗੇ। ਗੁਰਦਾਸਪੁਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।